पर ਜਿਹੜੇ ਬੀਜੇਪੀ ਦੇ ਵਰਕਰ ਸੀਗੇ ਜਾਂ ਜਿਹੜੇ ਸਪੋਰਟਰ ਜਿਹੜੇ ਰੈਲੀ 'ਚ ਆ ਰਹੇ ਸੀ ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਸੋ ਉਹ ਗਿਣਤੀ ਜ਼ਿਆਦਾ ਹੋਣ ਕਰਕੇ ਵੀ ਉਹ ਵੀ ਦੇ ਵਰ ਗੈਟਿੰਗ ਅਬਿਊਜ਼ਿਵ ਜੀ, ਉਹ ਗਾਲ ਗਲੋਚ ਕਰ ਰਹੇ ਸੀਗੇ, ਨਾਅਰੇ ਲਾ ਰਹੇ ਸੀਗੇ। ਉੱਥੇ ਇੱਕ ਕਲੈਸ਼ ਦੀ ਜਿਹੜੀ ਸਥਿਤੀ ਪੈਦਾ ਹੋ गई। बीजेपी के जो कार्यकर्ता थे उनसे लोग नहीं आए, इनको पहले देखना चाहिए था। इसलिए जिसकी भी गलती बनती है, इट्स ए इंस्टीट्यूशन। प्रधानमंत्री किसी एक के नहीं होते, सारे देश के होते हैं। इसलिए जिसकी भी गलती है, डीजीपी की गलती है तो उनको बिल्कुल साथ ही साथ कर देना चाहिए। इसमें हमारे डिप्टी सीएम जो हैं, जिनके पास होम पोर्टफोलियो है, उनको भी आकर देखना चाहिए था। ਮੰਤਰੀ ਦੇ ਰੁਕਣ ਦਾ ਕਾਰਨ ਵੀ ਇਹ ਆ। ਅਸਲ ਵਿੱਚ ਸਾਨੂੰ ਤਾਂ ਪਤਾ ਹੀ ਉਦੋਂ ਲੱਗਾ ਜਦੋਂ 3 ਵਜੇ ਲੋਕਾਂ ਨੇ ਦੱਸਿਆ, ਲੋਕਲ ਨੇ ਵੀ ਪ੍ਰਧਾਨ ਮੰਤਰੀ ਵੀ ਆਇਆ ਸੀਗਾ ਇੱਥੇ। ਸੋ ਉਦੋਂ ਬਾਅਦ 'ਚ ਗੱਲ ਸਾਫ਼ ਹੋਈ। ਪਹਿਲਾਂ ਤਾਂ ਪੁਲਿਸ ਨੇ ਜ਼ਰੂਰ ਸਾਨੂੰ ਕਿਹਾ ਵੀ ਪੁਲਿਸ ਨੇ ਆ ਕੇ ਕਹਿੰਦੇ ਵੀ ਪ੍ਰਧਾਨ ਮੰਤਰੀ ਲੰਘਣਾ, ਪਰ ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਕਦੋਂ ਕਿਹਾ ਸੀ ਪੁਲਿਸ ਨੇ ਤੁਹਾਨੂੰ? ਪਹਿਲੇ ਦੱਸਿਆ ਸੀਗਾ ਜਾਂ ਜਦੋਂ ਤੁਸੀਂ ਧਰਨਾ ਲਗਾ ਲਿਆ ਸੀਗਾ? ਅਸੀਂ 12:30 ਵਜੇ, ਜਦੋਂ 12 ਵਜੇ ਧਰਨਾ ਲੱਗਾ 12:30 ਵਜੇ ਆਏ ਆ, ਉਦੋਂ ਪੁਲਿਸ ਅਧਿਕਾਰੀ ਕਹਿ ਰਹੇ ਸੀ ਵੀ PM ਨੇ ਇੱਧਰ ਦੀ ਲੰਘਣਾ ਵਾ, ਪਰ ਲੋਕਾਂ ਨੇ ਕਿਹਾ ਵੀ ਉਹ ਤਾਂ ਹੈਲੀਕਾਪਟਰ ਤੇ ਆ ਰਿਹਾ ਵਾ, ਨੂੰ ਖਤਰਾ ਹੋ ਗਿਆ ਜੀ ਫਲਾਨਾ। 15 ਮਿੰਟ ਇੱਥੇ ਬੰਦਾ ਖੜਾ ਰਿਹਾ, 100 ਕਿਲੋਮੀਟਰ ਇੱਥੋਂ ਚੱਲ ਕੇ ਆਇਆ, ਕਿਸੇ ਨੇ ਉਹਨੂੰ ਫੁੱਲ ਦੀ ਨਹੀਂ ਲਾਈ। ਇੱਕ ਪ੍ਰਧਾਨ ਮੰਤਰੀ 15 ਮਿੰਟ ਇੱਥੇ ਖੜ ਕੇ ਜਾਂਦਾ ਵਾ, ਉਹਨੂੰ ਕੋਈ ਉਹ ਤੱਕ ਨਹੀਂ ਕਹਿੰਦਾ, ਕੋਈ ਉਹਦੀ ਮੁਰਦਾਬਾਦ ਤੱਕ ਨਹੀਂ ਕਹਿੰਦਾ ਗਾ। ਫਿਰ ਬੰਦਾ ਜਾ ਕੇ ਕਿਵੇਂ ਕਹਿ ਸਕਦਾ ਵੀ ਮੇਰੀ ਜਾਨ ਨੂੰ ਖਤਰਾ ਸੀ, ਮੈਂ ਮਸਾਂ ਬਚ ਕੇ ਆਇਆ ਵਾਂ। ਦੇਖੋ ਜੀ, ਇੱਥੋਂ ਰੈਲੀ ਨੂੰ ਜਾਣ ਦੇ 4 ਜਾਂ 5 ਰਸਤੇ ਆ। ਹੁਣ ਪ੍ਰਧਾਨ ਮੰਤਰੀ ਜਾਂਦੇ ਉੱਥੇ ਕਿਵੇਂ? ਕੁਰਸੀਆਂ ਸਾਰੀਆਂ ਵਿਹਲੀਆਂ ਪਈਆਂ ਸੀ, ਪੰਡਾਲ ਸਾਰਾ ਵਿਹਲਾ ਪਿਆ ਸੀ, ਉਹ ਤਾਂ ਪ੍ਰਧਾਨ ਮੰਤਰੀ ਨੂੰ ਇੱਕ ਬਹਾਨਾ ਮਿਲ ਗਿਆ। ਹੁਣ ਖਾਲੀ ਕੁਰਸੀਆਂ ਕੋਲ ਜਾ ਕੇ ਪ੍ਰਧਾਨ ਮੰਤਰੀ ਐਲਾਨ ਥੋੜ੍ਹਾ ਕਰਨਾ ਸੀਗਾ। ਇੱਥੋਂ 4 ਜਾਂ 5 ਰਸਤੇ ਇਹੋ ਜਿਹੇ ਆ ਜਿਹੜੀ ਪੁਲਿਸ ਬਦਲ ਕੇ ਜਾ ਸਕਦੀ ਸੀਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ PGI ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀਗਾ 5 ਤਰੀਕ ਨੂੰ। ਪ੍ਰਧਾਨ ਮੰਤਰੀ ਫਿਰੋਜ਼ਪੁਰ ਆਉਂਦੇ ਹੈਗੇ ਨੇ, ਪਰ ਵਾਪਸ ਉਹਨਾਂ ਨੂੰ ਜਾਣਾ ਪੈਂਦਾ ਹੈਗਾ ਰਸਤੇ ਦੇ ਵਿੱਚੋਂ ਹੀ, ਕਿਉਂਕਿ ਕਿਸਾਨਾਂ ਨੇ ਅੱਗੇ ਜਾਮ ਲਗਾਇਆ ਹੋਇਆ ਸੀਗਾ। ਅਸੀਂ ਇਸ ਟਾਈਮ ਉਸ ਪੰਡਾਲ ਦੇ ਵਿੱਚ ਮੌਜੂਦ ਹਾਂ ਜਿੱਥੇ PGI ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਹੈਗਾ ਸੀ। ਤਿਆਰੀਆਂ ਪੂਰੀਆਂ ਹੋਈਆਂ ਸੀਗੀਆਂ। ਤਾਂ ਤਸਵੀਰ ਪਹਿਲੇ ਦਿਖਾ ਦੇਣਾ ਚਾਹੁੰਦੇ ਹਾਂ ਕਿ ਇਸ ਟਾਈਮ ਤੁਸੀਂ ਤਸਵੀਰ ਦੇਖ ਸਕਦੇ ਹੋ। PGI ਸੈਟੇਲਾਈਟ ਸੈਂਟਰ ਜਿਹੜਾ ਇੱਥੇ ਜਿਹੜਾ ਨੀਂਹ ਪੱਥਰ ਰੱਖਿਆ ਜਾਣਾ ਹੈਗਾ ਸੀਗਾ, ਇੱਥੇ PGI ਸੈਟੇਲਾਈਟ ਸੈਂਟਰ ਜਿਹੜਾ ਉਹ ਬਣਨਾ ਸੀਗਾ। ਤਾਂ ਕੱਲ੍ਹ ਪ੍ਰਧਾਨ ਮੰਤਰੀ ਨੇ ਇੱਥੇ ਆ ਕੇ ਉਹਦਾ ਨੀਂਹ ਪੱਥਰ ਰੱਖਣਾ ਸੀ, ਪਰ ਦੇਖਿਆ ਜਾਵੇ ਤਾਂ ਕੱਲ੍ਹ ਪ੍ਰਧਾਨ ਮੰਤਰੀ ਫਿਰੋਜ਼ਪੁਰ ਦੇ ਵਿੱਚ ਆਉਂਦੇ ਹੈਗੇ ਆ, ਬਠਿੰਡਾ ਤੋਂ ਫਿਰੋਜ਼ਪੁਰ ਰੋਡ 'ਤੇ ਆਉਂਦੇ ਹੈਗੇ ਆ। ਤਾਂ ਅੱਗੇ ਕਿਸਾਨਾਂ ਨੇ ਜਾਮ ਲਗਾਇਆ ਹੋਇਆ ਸੀਗਾ, ਤਾਂ ਉੱਥੇ ਪ੍ਰਧਾਨ ਮੰਤਰੀ ਨੂੰ 15 ਤੋਂ 20 ਮਿੰਟ ਰੁਕਣਾ ਪੈਂਦਾ ਹੈਗਾ। ਤਾਂ ਉਸ ਤੋਂ ਬਾਅਦ ਅੱਗੇ ਰੂਟ ਕਲੀਅਰ ਨਾ ਹੋਣ ਕਰਕੇ ਜਿਹੜਾ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈ। ਤਾਂ ਅੱਜ ਤੁਹਾਨੂੰ ਅਸੀਂ ਗਰਾਊਂਡ ਜ਼ੀਰੋ ਤੋਂ ਪੂਰੀ ਰਿਪੋਰਟ ਦਿਖਾਵਾਂਗੇ ਕਿ ਕਿੱਥੇ ਫੰਕਸ਼ਨ ਹੋਣਾ ਸੀਗਾ ਤੇ ਕਿੱਥੇ ਪਹੁੰਚਣਾ ਹੈਗਾ ਸੀਗਾ ਤੇ ਕਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫਲਾ ਜਿਹੜਾ ਹੈ ਵਾਪਸ ਮੋੜਿਆ ਗਿਆ ਹੈਗਾ। ਇਸ ਟਾਈਮ ਅਸੀਂ PGI ਸੈਟੇਲਾਈਟ ਸੈਂਟਰ 'ਤੇ ਮੌਜੂਦ ਹਾਂ ਜਿੱਥੇ ਨੀਂਹ ਪੱਥਰ ਰੱਖਿਆ ਜਾਣਾ ਸੀ। ਦੂਜੇ ਪਾਸੇ ਜਿਹੜੀ ਰੈਲੀ ਹੋਣੀ ਸੀ, ਤਾਂ ਕੱਲ੍ਹ ਜਿਹੜੀ ਰੈਲੀ ਹੋਈ ਪਰ ਪ੍ਰਧਾਨ ਮੰਤਰੀ ਨਹੀਂ ਪਹੁੰਚੇ, ਉਸ ਦੇ ਵਿੱਚ ਵਰਕਰ ਵੀ ਇੰਨੇ ਜ਼ਿਆਦਾ ਨਹੀਂ ਪਹੁੰਚੇ ਹੈਗੇ ਸੀਗੇ। ਤਾਂ ਰਸਤੇ ਦੇ ਵਿੱਚ ਜਿਹੜੇ ਵਰਕਰ ਰੁਕੇ, ਉਹਨਾਂ ਦੀਆਂ ਬੱਸਾਂ ਰੁਕੀਆਂ ਹੈਗੀਆਂ ਸੀਗੀਆਂ। ਤਾਂ ਦੇਖਿਆ ਜਾਵੇ ਕੱਲ੍ਹ ਦਾ ਦਿਨ ਜਿਹੜਾ ਹੈਗਾ ਸੀਗਾ 5 ਤਰੀਕ ਜਿਹੜੀ ਹੈਗੀ ਸੀਗੀ, ਉਹ ਭਾਜਪਾ ਦੇ ਵਰਕਰ ਜਿਹੜਾ ਉਹ ਰੈਲੀ ਦੇ ਵਿੱਚ ਨਹੀਂ ਪਹੁੰਚ ਸਕੇ। ਪ੍ਰਧਾਨ ਮੰਤਰੀ ਫਿਰੋਜ਼ਪੁਰ ਦੇ ਵਿੱਚ ਆਉਂਦੇ ਤੇ ਫਿਰੋਜ਼ਪੁਰ ਦੇ ਵਿੱਚ ਉਹ ਜਿਹੜਾ ਵਾਪਸ ਚਲੇ ਜਾਂਦੇ ਹੈਗੇ। ਕਈ ਅਨਾਊਂਸਮੈਂਟਾਂ ਹੋਣੀਆਂ ਸੀਗੀਆਂ। ਤਾਂ ਅੱਜ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਅਸੀਂ ਪੂਰੀ ਰਿਪੋਰਟ ਜਿਹੜੀ ਹੈ ਉਹ ਦਿਖਾਵਾਂਗੇ। ਅੱਗੇ ਲੈ ਕੇ ਚੱਲਦੇ ਹਾਂ ਤਾਂ ਤੁਹਾਨੂੰ ਰਸਤਾ ਦਿਖਾਣੇ ਹੈਗੇ ਆ ਕਿੱਥੋਂ ਪ੍ਰਧਾਨ ਮੰਤਰੀ ਜਿਹੜਾ ਵਾਪਸ ਮੁੜੇ ਸੀਗੇ। ਪਹਿਲਾਂ ਤੁਹਾਨੂੰ ਅਸੀਂ ਦਿਖਾਇਆ ਦਾ ਜਿੱਥੇ ਨੀਂਹ ਪੱਥਰ ਰੱਖਣਾ ਹੈਗਾ ਸੀਗਾ, ਤਾਂ ਰੈਲੀ ਵਾਲੀ ਜਗ੍ਹਾ ਤੁਹਾਨੂੰ ਦਿਖਾਈ ਹੈਗੀ ਸੀ। ਹੁਣ ਅਸੀਂ ਉਸ ਫਲਾਈਓਵਰ ਦੇ ਉੱਪਰ ਮੌਜੂਦ ਹਾਂ ਜਿੱਥੇ ਕਿਸਾਨਾਂ ਦੇ ਵੱਲੋਂ ਧਰਨਾ ਲਗਾਇਆ ਹੋਇਆ ਸੀਗਾ। ਤਾਂ BJP ਵਰਕਰਾਂ ਦੇ ਨਾਲ ਜਿਹੜੀ ਹੈ ਕਾਹਸੁਣੀ ਵੀ ਜਿਹੜੀ ਹੋਈ ਹੈ, ਕਿਸਾਨਾਂ ਦੀ ਆਪਸ ਦੇ ਵਿੱਚ ਜਿਹੜੀ ਗੱਲਬਾਤ ਹੋਈ ਹੈ। ਤਾਂ ਭਾਰੀ ਤਾਦਾਦ ਦੇ ਵਿੱਚ ਪੁਲਿਸ ਬਲ ਵੀ ਕੱਲ੍ਹ ਇੱਥੇ ਤੈਨਾਤ ਸੀ। ਪਰ ਦੇਖਿਆ ਜਾਵੇ ਵੱਡੀ ਗੱਲ ਇਹ ਹੈਗੀ ਸੀ ਕਿ 15 ਤੋਂ 20 ਮਿੰਟ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿਹੜਾ ਇੱਥੇ ਪਿੱਛੇ ਖੜ੍ਹ ਕੇ ਉਹਨਾਂ ਨੂੰ ਵਾਪਸ ਮੁੜਨਾ ਪਿਆ ਤੋਂ ਵਾਪਸ ਬਠਿੰਡੇ ਗਏ। ਅਸੀਂ ਪਹਿਲੇ ਫਲਾਈਓਵਰ ਤੁਹਾਨੂੰ ਦਿਖਾ ਦੇਣਾ ਚਾਹੁੰਦੇ ਹਾਂ। ਤੁਸੀਂ ਦੇਖ ਸਕਦੇ ਹੋ ਇਹ ਉਹੀ ਫਲਾਈਓਵਰ ਹੈ ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਕਾਫਲਾ ਜਿਹੜਾ ਉਹ ਆਉਂਦਾ ਹੈਗਾ ਤਾਂ ਪਿੱਛੇ ਰੁਕ ਜਾਂਦਾ। ਤਾਂ 15 ਤੋਂ 20 ਮਿੰਟ ਉੱਥੇ ਖੜ੍ਹਨਾ ਪੈਂਦਾ ਹੈਗਾ। ਤਾਂ ਅੱਗੇ ਕਿਸਾਨਾਂ ਦੇ ਵੱਲੋਂ ਜਿਹੜਾ ਜਾਮ ਲਗਾਇਆ ਹੁੰਦਾ, ਰੋਸ ਪ੍ਰਦਰਸ਼ਨ ਕਰਦੇ ਹੁੰਦੇ ਆ ਆਪਣੀਆਂ ਮੰਗਾਂ ਨੂੰ ਲੈ ਕੇ। ਤਾਂ ਅੱਗੇ ਪੁਲਿਸ ਦੇ ਬੈਰੀਕੇਡ ਲੱਗੇ ਹੁੰਦੇ ਆ। ਤਾਂ ਉਸ ਤੋਂ ਪਿੱਛੇ ਜਿਹੜੇ ਆ ਗੱਲ ਕਰੀਏ ਤਾਂ ਭਾਜਪਾ ਦੇ ਵਰਕਰ ਆ ਜਾਂਦੇ ਹੈਗੇ ਆ, ਉਹਨਾਂ ਦੀ ਗੱਡੀਆਂ ਆ ਜਾਂਦੀਆਂ, ਕਿਸਾਨ ਉਹਨਾਂ ਗੱਡੀਆਂ ਨੂੰ ਨਹੀਂ ਜਾਣ ਦਿੰਦੇ ਹੈਗੇ। ਤਾਂ ਕਾਫੀ ਕੁਛ ਜਿਹੜਾ ਕੱਲ੍ਹ ਹੁੰਦਾ ਹੈ। 15 ਤੋਂ 20 ਮਿੰਟ ਪ੍ਰਧਾਨ ਮੰਤਰੀ ਨੂੰ ਖੜ੍ਹਨਾ ਪੈਂਦਾ, ਤਾਂ ਉਹਨਾਂ ਨੂੰ ਵਾਪਸ ਜਾਣਾ ਪੈਂਦਾ। ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਬਠਿੰਡਾ ਜਾ ਕੇ ਕਹਿੰਦੇ ਹੈਗੇ ਅਧਿਕਾਰੀ ਨੂੰ ਕਿ CM ਨੂੰ ਜਾ ਕੇ ਕਹਿ ਦਿਓ ਕਿ ਮੈਂ ਸਹੀ ਸਲਾਮਤ ਜਿਹੜਾ ਮੇਰੀ ਜਾਨ ਜਿਹੜੀ
ਆ ਉਹ ਬਚ ਗਈ, ਮੈਂ ਸਹੀ ਸਲਾਮਤ ਪਹੁੰਚ ਚੁੱਕਾ। ਤੇ ਹੁਣ ਇੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਦੇ ਹੈਗੇ ਆ ਕਿ ਕਿੱਦਾਂ ਦੇਖਦੇ ਹੈਗੇ ਆ, ਉਹਨਾਂ ਨੇ ਕਿੱਦਾਂ ਦੇਖਿਆ ਹੈਗਾ। ਅਸੀਂ ਮੌਜੂਦ ਨੇ ਸਾਡੇ ਨਾਲ ਗੱਲਬਾਤ ਕਰਦੇ ਹੈਗੇ ਆ। ਬਾਈ ਜੀ ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਰਾਜਦੀਪ ਸੰਧੂ ਹੈ ਜੀ। ਰਾਜਦੀਪ ਜੀ ਕਿੱਦਾਂ ਦੇਖਦੇ ਹੋ ਜਿਹੜਾ ਕੱਲ ਇਨਸੀਡੈਂਟ ਹੋਇਆ, ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿਹੜਾ ਹੋਣਾ ਪਿਆ, ਉਸ ਤੋਂ ਬਾਅਦ ਉਹ ਵਾਪਸ ਚਲੇ ਗਏ, ਉਹਨਾਂ ਨੇ ਰੈਲੀ ਵਾਲੀ ਥਾਂ ਤੇ ਜਾਣਾ ਹੈ, ਹੋਇਆ ਕੀ ਇੱਥੇ ਜੀ? ਜਦੋਂ ਜਿਵੇਂ ਪ੍ਰਧਾਨ ਮੰਤਰੀ ਜੀ ਨੇ ਪਹਿਲਾਂ ਬਾਏ 에ਅਰ ਆਉਣਾ ਸੀਗਾ, ਇੱਥੇ ਚੌਪਰ ਤੇ ਆਉਣਾ ਸੀਗਾ, ਤੇ ਮੀਂਹ ਪੈਣ ਦੇ ਕਾਰਨ ਜੀ ਉਹਨਾਂ ਦਾ ਜਿਹੜਾ ਉਹ ਪਲਾਨ ਚੇਂਜ ਹੋ ਕੇ ਬਾਏ ਰੋਡ ਆਉਣ ਦਾ ਬਣ ਗਿਆ। ਸੋ ਜਦੋਂ ਉਹਨਾਂ ਦਾ ਬਾਏ ਰੋਡ ਬਣਿਆ ਜੀ, ਹੁਣ ਇਹ ਤਾਂ ਹੈ ਨਹੀਂਗਾ ਵੀ ਸਾਰੇ ਪੰਜਾਬ ਦਾ ਕੱਲ ਕੋਈ ਫੋਨ ਬੰਦ ਹੋ ਗਏ ਸੀ, ਇੰਟਰਨੈਟ ਬੰਦ ਹੋ ਗਿਆ ਸੀ। ਨੈਚੁਰਲੀ ਜਦੋਂ ਉੱਥੋਂ ਬਾਏ ਰੋਡ ਤੁਰੇ ਹੋਣੇ ਆ ਤਾਂ ਪਿੰਡਾਂ ਦੇ ਵਿੱਚ ਸਾਡੀ ਸਾਰੇ ਪੰਜਾਬ ਦੇ ਜਥੇਬੰਦੀਆਂ ਸਾਰੇ ਪੰਜਾਬ 'ਚ ਐਕਟਿਵ ਨੇ। ਉਹਨਾਂ ਨੇ ਕਹਿ ਤਾ ਹੋਣਾ ਜੀ ਬਾਏ ਰੋਡ ਇਹ ਕਾਫਲੇ ਆ ਰਹੇ ਆ, ਬੀਜੇਪੀ ਬੜੇ ਲੋਕ ਆ ਰਹੇ ਆ, ਪਰ ਇੱਥੇ ਜਿਹੜਾ ਉਹਨਾਂ ਦੇ ਆਉਣ ਤੋਂ ਅੱਧਾ ਘੰਟਾ 20-25 ਮਿੰਟ ਪਹਿਲਾਂ ਹੀ ਜਿਹੜਾ ਸੀਗਾ ਪ੍ਰੋਟੈਸਟ ਚੱਲ ਰਿਹਾ ਸੀਗਾ, ਜਿਹੜੇ ਬੀਜੇਪੀ ਵਾਲਿਆਂ ਦੀਆਂ ਬੱਸਾਂ ਤੇ ਗੱਡੀਆਂ ਨੂੰ ਰੋਕ ਕੇ। ਜਦੋਂ ਕੀ ਹੋਇਆ ਜੀ, ਜਿਵੇਂ ਟਾਈਮ ਲੰਘਦਾ ਗਿਆ, ਜਦੋਂ ਫਿਰੋਜ਼ਪੁਰ ਸਿਕਿਉਰਿਟੀ ਅਫੀਸ਼ੀਅਲਸ ਨੂੰ ਪਤਾ ਲੱਗਿਆ ਹੋਣਾ ਵੀ ਇੱਥੇ ਤਾਂ ਪ੍ਰੋਟੈਸਟ ਹੋ ਰਿਹਾ, ਇੱਥੋਂ ਦੇ ਐਸਐਸਪੀ ਸਾਡੇ ਸਾਰੇ ਇੱਥੇ ਪਹੁੰਚ ਗਏ। ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਚਲੋ ਇਹਨਾਂ ਨੂੰ ਅਸੀਂ ਪਾਸੇ ਕਰਨ ਦੀ ਕੋਸ਼ਿਸ਼ ਕਰੀਏ, ਪਰ ਜਿਹੜੇ ਬੀਜੇਪੀ ਦੇ ਵਰਕਰ ਸੀਗੇ ਜਾਂ ਜਿਹੜੇ ਸਪੋਰਟਰ ਜਿਹੜੇ ਰੈਲੀ 'ਚ ਆ ਰਹੇ ਸੀ, ਉਹਨਾਂ ਦੀ ਗਿਣਤੀ ਕਾਫੀ ਜ਼ਿਆਦਾ ਸੀ। ਸੋ ਉਹ ਗਿਣਤੀ ਜ਼ਿਆਦਾ ਹੋਣ ਕਰਕੇ ਵੀ ਉਹ ਵੀ ਦੇਵਰ ਗੈਟਿੰਗ ਅਬਿਊਜ਼ਿਵ ਜੀ, ਉਹ ਗਾਲ ਗਲੋਚ ਕਰ ਰਹੇ ਸੀਗੇ, ਨਾਅਰੇ ਲਾ ਰਹੇ ਸੀਗੇ। ਉੱਥੇ ਇੱਕ ਕਲੈਸ਼ ਦੀ ਜਿਹੜੀ ਸਥਿਤੀ ਪੈਦਾ ਹੋ ਗਈ। ਜਦੋਂ ਕਲੈਸ਼ ਦੀ ਸਥਿਤੀ ਪੈਦਾ ਹੋਈ ਜੀ, ਉਸ ਤੋਂ ਬਾਅਦ ਇੱਥੇ ਜਿਹੜੇ ਪ੍ਰਾਈਮ ਮਿਨਿਸਟਰ ਇੱਥੇ ਆ ਕੇ ਟ੍ਰੈਫਿਕ 'ਚ ਫਸੇ ਆ ਤੇ ਇੱਥੋਂ ਮੁੜ ਕੇ ਵਾਪਸ ਚਲੇ ਗਏ ਆ। ਬਿਲकुल पिंकी सर, कल जो कुछ हुआ उसको आप किस तरह से देखते हैं? प्राइम मिनिस्टर यहाँ से वापस चले गए और कहीं ना कहीं सिक्योरिटी लैप्स की बात की जा रही है कि 20 मिनट प्राइम मिनिस्टर को खड़ना पड़ा और सिक्योरिटी लैप्स हुआ, तो आपको क्या लगता है? देखो इसमें दो चीज़ें हैं। एक तो जो उनकी रैली थी उसका कोई प्रबंध नहीं था, उसके ऊपर ना तो कोई वाटर प्रूफिंग थी ना कुछ था, और लोग भी इकट्ठे नहीं हुए थे वहाँ पे। वो उनकी पार्टी ने देखना है, हमने नहीं देखना। जब प्राइम मिनिस्टर की विज़िट होती है तो सबसे बड़ी बात ये होती है कि प्राइम मिनिस्टर जो होते हैं उनकी विज़िट को सुपरवाइज़ करते हैं स्टेट के हेड, पुलिस हेड। उनको आकर इधर बैठकर कैंप करना चाहिए था और उसमें डिप्टी चीफ मिनिस्टर साहब को देखना चाहिए था। प्राइम मिनिस्टर किसी एक पार्टी का नहीं, देश के होते हैं। इट्स ए इंस्टीट्यूशन। इसलिए ये जो जिसकी भी गलती हो वो गलती जो है उनको मान लेनी चाहिए। तो आपको लगता है डीजीपी और होम मिनिस्टर की भी गलती है इसमें? जैसे आप बता रहे हो कि डीजीपी को यहाँ पे प्रोटोकॉल के हिसाब से होना चाहिए था, लेकिन वो यहाँ नहीं है, तो आपको लगता है कि डीजीपी का इस पे होना चाहिए, एक्शन भी होना चाहिए इस पे? मैं कह रहा हूँ कि ब्लू बुक के हिसाब से प्रधानमंत्री जब आते हैं, उनका प्रोग्राम आ जाता है, तो पहले ही उनको यहाँ बैठना चाहिए था, कैंप करना चाहिए था, बताना चाहिए था, सिक्योरिटी के अरेंजमेंट्स करने चाहिए थे। ये फिर मैं बताना चाहता हूँ कि प्रधानमंत्री जो होते हैं किसी एक के प्रधानमंत्री या पार्टी के नहीं, देश के प्रधानमंत्री होते हैं। जो हमारी लोकल पुलिस थी उन्होंने बड़ा अच्छा काम किया, वो लोग बरसात में बैठे रहे, सब कुछ देखते रहे, और जो किसान थे वो विरोध कर रहे थे, उनका विरोध करना हक बनता है। सब पता था कि किसान जो विरोध करेंगे तो उनका हक बनता है, उनको कैसे रोक सकते हैं हम। जब वहाँ से पता लग गया कि अल्टरनेटिव रूट ले रहे हैं, तो अल्टरनेटिव रूट के लिए उन्होंने 2-3 रूट्स क्यों नहीं बनाए? इसलिए वो जो जिम्मेवारी है, मैं समझता हूँ कि हेड ऑफ द डिपार्टमेंट के ऊपर आती है कि डीजीपी साहब की बहुत बड़ी गलती है, उन्होंने क्यों नहीं इसको देखा। तो आपको लगता है आपके मुख्यमंत्री तो ये कह रहे हैं कि पीएमओ ऑफिशियल्स ने नहीं बताया था, पीएमओ की तरफ से नहीं आई थी। आप कह रहे हैं कि डीजीपी को बैठना चाहिए था। एक एक करके बात कर लो जी, ऐसे नहीं बार बार अच्छे नहीं लगते। तो सर आप एक एक करके पूछिए। आपको लगता है कि जैसे ये रूट है अल्टरनेटिव रूट, डीजीपी की एक रिस्पॉन्सिबिलिटी होती है, उनको अल्टरनेटिव रूट देखना चाहिए, उनको साथ में रहना चाहिए, तो कहीं ना कहीं आपको लगता है कि चूक जो हेड ऑफ डिपार्टमेंट की तरफ से हुई है? बिल्कुल हुई है। देखो ऐसा है कि आप शूट करने जाते हो तो जिम्मेवारी आपकी बनती है, और उसमें जिसकी भी ड्यूटी बनती है उसको सख्त से सख्त सजा देनी चाहिए। वो ऐसा है कि ये देश के प्रधानमंत्री एक इंस्टीट्यूशन की बेइज्जती है, हमारी सारे वर्ल्ड में भी बेइज्जती होगी। तो इसलिए किसान जो कर रहे थे, वो अपना विरोध कर रहे थे, उनका हक बनता है। सर जो यहाँ से ये भी पता चला है कि यहाँ से 25 मिनट पहले ही इन्फॉर्म कर दिया गया, इंटीमेट कर दिया गया था, जो टॉप ऑफिसर जैसे आप डीजीपी की बात कर रहे हैं उनको इंटीमेट कर दिया गया कि आगे रास्ता ब्लॉक है, तो वो कहीं ना कहीं एक्शन नहीं कर पाए, प्लान बी नहीं एग्जीक्यूट कर पाए। तो आपको लगता है कि जो लोगों ने यहाँ से इंटीमेट किया है उनको विटनेस बना के एक्शन लेना चाहिए? देखो विटनेस की जरूरत ही नहीं होती यार। हम कहें कि ऐसा है कि ये कैमरा मैन ने कर दिया, उसने कर दिया, गलत बात करने का कोई फायदा नहीं।
वो कहते हैं कि एसएसपी फिरोजपुर सस्पेंड कर दो, एसएसपी फरीदकोट सस्पेंड कर दो। क्यों कर दो? मैं पूछना चाहता हूँ कि जिसकी गलती है उसकी गलती ठहरानी चाहिए। ये हमारे देश की आन मान शान की बात है। और जो किसान अपना विरोध कर रहे थे वो कर रहे थे, और बीजेपी के जो कार्यकर्ता थे उनसे लोग नहीं आए। इनको पहले देखना चाहिए था। इसलिए जिसकी भी गलती बनती है, इट्स ए इंस्टीट्यूशन। प्रधानमंत्री किसी एक के नहीं होते, सारे देश के होते हैं। इसलिए जिसकी भी गलती है, डीजीपी की गलती है, तो उनको बिल्कुल साथ ही साथ कर देना चाहिए। इसमें हमारे डिप्टी सीएम जो हैं, जिनके पास होम पोर्टफोलियो है, उनको भी आकर देखना चाहिए था। भाई देश के प्रधानमंत्री आ रहे हैं, आप क्या कर रहे हो? देश की हम कोई सिक्योरिटी के साथ खिलवाड़ थोड़ी कर सकते हैं। इसलिए ये मैं समझता हूँ इट्स ए वेरी सीरियस मैटर। मुख्यमंत्री जी देख रहे हैं, इसके ऊपर एक्शन जरूर होगा। ਕੱਲ ਕਿਸਾਨਾਂ ਦੇ ਵੱਲੋਂ ਇੱਥੇ ਧਰਨਾ ਲੱਗਦਾ ਹੈਗਾ ਫਲਾਈਓਵਰ ਦੇ ਉੱਤੇ ਤੇ ਪ੍ਰਧਾਨ ਮੰਤਰੀ ਨੂੰ 15 ਤੋਂ 20 ਮਿੰਟ ਜਿਹੜਾ ਹੈ ਉੱਥੇ ਰੋਕ ਕੇ ਉਹਨਾਂ ਨੂੰ ਵਾਪਸ ਜਾਣਾ ਪੈਂਦਾ ਹੈਗਾ। ਕੀ ਮਾਮਲਾ ਕੀ ਹੋਇਆ ਅਸੀਂ ਸਾਰਾ ਜਾਣਦੇ ਹੈਗੇ ਆ। ਬੀਕੇਯੂ ਦੇ ਆਗੂ ਮੌਜੂਦ ਨੇ ਜ਼ਿਲ੍ਹੇ ਦੇ। ਕਿੱਦਾਂ ਦੇਖਦੇ ਹੋ ਕੱਲ ਹੋਇਆ ਕੀ ਹੈ ਇੱਥੇ? ਕਿਵੇਂ ਤੁਸੀਂ ਇੱਥੇ ਪਹੁੰਚ ਗਏ? ਕਿਵੇਂ ਸਰ ਮਾਮਲਾ ਸਰ? ਦੇਖੋ ਜੀ, ਸਾਡਾ ਪਹਿਲਾਂ 9-10 ਜਥੇਬੰਦੀਆਂ ਦਾ ਐਲਾਨ ਸੀਗਾ ਵੀ ਇਹ ਸਾਡੀਆਂ ਜਿਹੜੀਆਂ ਬਕਾਇਦਾ ਮੰਗਾਂ ਬਾਕੀ ਪਈਆਂ ਵਾ, ਲਖੀਮਪੁਰ ਵਾਲਾ ਜਿਹੜਾ ਸ਼ੀਸ਼ ਮਿਸ਼ਰਾ ਉਹਦੀ ਬਰਖਾਸਤੀ ਨੂੰ ਲੈ ਕੇ, ਨਾਲ ਜਿਹੜੇ 1 ਮਹੀਨੇ ਦੇ ਵਿੱਚ ਕਮੇਟੀ ਬਣਾਉਣੀ ਸੀ ਉਹ ਨਹੀਂ ਬਣਾਈ ਗਈ। ਸੋ ਅਸੀਂ ਪਹਿਲਾਂ ਐਲਾਨ ਕਰਤਾ ਸੀ ਅਸੀਂ ਜੇ ਜਾਂ ਤਾਂ ਮੋਦੀ ਸਾਹਿਬ ਐਲਾਨ ਕਰਕੇ ਆਉਣ ਉੱਥੋਂ ਵੀ ਇਹਨਾਂ ਮੰਗਾਂ ਤੇ, ਜੇ ਨਹੀਂ ਐਲਾਨ ਕਰਦੇ ਤੇ 8-10 ਜਥੇਬੰਦੀਆਂ ਨੇ ਫੈਸਲਾ ਕਰ ਲਿਆ ਸੀ ਵੀ ਅਸੀਂ ਵਿਰੋਧ ਕਰਾਂਗੇ। ਸੋ ਉਹਦੇ ਚੱਲਦਿਆਂ ਜਦੋਂ ਰੈਲੀ ਵਾਲੇ ਦਿਨ ਅਸੀਂ ਇਸ ਤੋਂ ਅੱਗੇ ਕੁਝ ਕਿਲੋਮੀਟਰ ਪਿਆਰਿਆਂ ਨੇ ਪੁਲ ਤੇ ਅਸੀਂ ਜਾਮ ਲਾਇਆ, ਕਿਉਂਕਿ ਅਸੀਂ ਅੱਗੇ ਜਾਣਾ ਚਾਹੁੰਦੇ ਸੀਗੇ। ਅੱਗੇ ਪੁਲਿਸ ਨੇ ਨਹੀਂ ਜਾਣ ਦਿੱਤਾ, ਫਿਰ ਸਾਡੀ ਮਜਬੂਰੀ ਬਣ ਗਈ ਸੀ ਨਾ ਗਾਂਹ ਪੁਲਿਸ ਨਹੀਂ ਜਾਣ ਦਿੰਦੀ ਸੀ, ਫਿਰ ਇਸ ਕਰਕੇ ਸਾਨੂੰ ਜਾਮ ਲਾਉਣਾ ਪਿਆ, ਜਿਹਦੇ ਕਰਕੇ ਉਸ ਦਿਨ ਇਹ ਜਿਹੜਾ ਸਾਰਾ ਕੁਝ ਵਰਤਿਆ। ਕਿੰਨੀ ਦੂਰ ਜਿਹੜਾ ਜਾਮ ਲੱਗਾ ਹੋਊਗਾ? ਕਿੱਥੇ ਤੁਸੀਂ ਲਗਾਇਆ ਸੀਗਾ ਜਾਮ? ਇੱਥੋਂ ਜੀ ਤਕਰੀਬਨ ਪਿਆਰਿਆਣਾ ਪੁਲ 2 ਕਿਲੋਮੀਟਰ ਹੋਊਗਾ, ਉੱਥੇ ਜਾਮ ਲੱਗਾ ਸੀਗਾ ਤੇ ਉੱਥੋਂ ਲੈ ਕੇ ਇੱਥੋਂ ਤੱਕ ਸਾਰਾ ਗੱਡੀਆਂ ਨਾਲ ਭਰਿਆ ਹੋਇਆ ਸੀਗਾ। ਜਿਹੜਾ ਪ੍ਰਧਾਨ ਮੰਤਰੀ ਦੇ ਰੁਕਣ ਦਾ ਕਾਰਨ ਵੀ ਇਹ ਆ ਭਾਈ ਉਦੋਂ ਲੱਗਾ ਜਦੋਂ 3 ਵਜੇ ਲੋਕਾਂ ਨੇ ਦੱਸਿਆ, ਲੋਕਲ ਨੇ ਵੀ ਪ੍ਰਧਾਨ ਮੰਤਰੀ ਵੀ ਆਇਆ ਸੀਗਾ ਇੱਥੇ। ਸੋ ਉਦੋਂ ਬਾਅਦ 'ਚ ਗੱਲ ਸਾਫ਼ ਹੋਈ। ਪਹਿਲਾਂ ਤਾਂ ਪੁਲਿਸ ਨੇ ਜ਼ਰੂਰ ਸਾਨੂੰ ਕਿਹਾ ਵੀ ਪੁਲਿਸ ਨੇ ਆ ਕੇ ਕਹਿੰਦੇ ਵੀ ਪ੍ਰਧਾਨ ਮੰਤਰੀ ਲੰਘਣਾ, ਪਰ ਲੋਕਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ। ਕਦੋਂ ਕਿਹਾ ਸੀ ਪੁਲਿਸ ਨੇ? ਤੁਹਾਨੂੰ ਪਹਿਲੇ ਦੱਸਿਆ ਸੀਗਾ ਜਾਂ ਜਦੋਂ ਤੁਸੀਂ ਧਰਨਾ ਲਗਾ ਲਿਆ ਸੀਗਾ? ਅਸੀਂ 12:30 ਵਜੇ ਜਦੋਂ 12 ਵਜੇ ਧਰਨਾ ਲੱਗਾ 12:30 ਵਜੇ ਆਏ ਆ, ਉਦੋਂ ਪੁਲਿਸ ਅਧਿਕਾਰੀ ਕਹਿ ਰਹੇ ਸੀ ਵੀ ਪੀਐਮ ਨੇ ਇੱਧਰ ਦੀ ਲੰਘਣਾ ਵਾ, ਪਰ ਲੋਕਾਂ ਨੇ ਕਿਹਾ ਵੀ ਉਹ ਤਾਂ ਹੈਲੀਕਾਪਟਰ ਤੇ ਆ ਰਿਹਾ ਵਾ। ਪੁਲਿਸ ਦੀ ਗੱਲ ਤੇ ਵਿਸ਼ਵਾਸ ਹੋਣਾ ਹੀ ਨਹੀਂ, ਵੱਜਦਾ ਵੀ ਨਹੀਂ ਸੀਗਾ, ਕਿਉਂਕਿ ਪਹਿਲਾਂ ਐਲਾਨ ਹੀ ਉਹਨੇ ਹੈਲੀਕਾਪਟਰ ਤੇ ਆਉਣ ਦਾ ਕੀਤਾ ਸੀਗਾ। ਉਸ ਤੋਂ ਬਾਅਦ ਚੱਲਦਾ ਰਿਹਾ, ਕੋਈ ਇਹੋ ਜਿਹੀ ਗੱਲ ਨਹੀਂ ਹੋਏਗੀ। ਇਹਦਾ 3 ਵਜੇ ਬਾਅਦ ਵਿੱਚ ਪਤਾ ਲੱਗਾ ਵੀ ਸੱਚੀ ਮੁੱਚੀ ਇਹ ਕੋਈ ਇਹੋ ਜਿਹਾ ਹੋਇਆ। ਤੇ ਉਸ ਤੋਂ ਬਾਅਦ ਦੁੱਖ ਵਾਲੀ ਗੱਲ ਇਹ ਆ ਵੀ ਜਿਹੋ ਜਿਹਾ ਮੀਡੀਆ ਨੇ ਇਹਨੂੰ ਬਣਾਇਆ ਵੀ ਜਾਨ ਨੂੰ ਖਤਰਾ ਹੋ ਗਿਆ ਜੀ ਫਲਾਨਾ। 15 ਮਿੰਟ ਇੱਥੇ ਬੰਦਾ ਖੜਾ ਰਿਹਾ, 100 ਕਿਲੋਮੀਟਰ ਇੱਥੋਂ ਚੱਲ ਕੇ ਆਇਆ, ਕਿਸੇ ਨੇ ਉਹਨੂੰ ਫੁੱਲ ਦੀ ਨਹੀਂ ਲਾਈ। ਇੱਕ ਪ੍ਰਧਾਨ ਮੰਤਰੀ 15 ਮਿੰਟ ਤੇ ਖੜ ਕੇ ਜਾਂਦਾ ਵਾ, ਉਹਨੂੰ ਕੋਈ ਉਹੀ ਤੱਕ ਨਹੀਂ ਕਹਿੰਦਾ, ਕੋਈ ਉਹਦੀ ਮੁਰਦਾਬਾਦ ਤੱਕ ਨਹੀਂ ਕਹਿੰਦਾਗਾ। ਫਿਰ ਬੰਦਾ ਜਾ ਕੇ ਕਿਵੇਂ ਕਹਿ ਸਕਦਾ ਵੀ ਮੇਰੀ ਜਾਨ ਨੂੰ ਖਤਰਾ ਸੀ, ਮੈਂ ਮਸਾਂ ਬਚ ਕੇ ਆਇਆ ਹਾਂ। ਕਿੱਦਾਂ ਦੇਖਦੇ ਹੋ ਜਿਹੜੇ ਉਹਨਾਂ ਦੀ ਗੱਡੀ ਦੇ ਕੋਲ ਜਿਹੜੇ ਪਹੁੰਚੇ ਸੀਗੇ ਉਹ ਭਾਜਪਾ ਦੇ ਆਗੂ ਸੀ, ਭਾਜਪਾ ਦੇ ਵਰਕਰ ਸੀਗੇ ਜਿਹੜੇ, ਉਹ ਵੀ ਕਿਸਾਨ? ਦੇਖੋ ਜੀ, ਇੱਕ ਵੀਡੀਓ ਆਈ ਆ, ਉਹਦੇ ਵਿੱਚ ਕੁਝ ਭਾਜਪਾ ਦਾ ਝੰਡਾ ਵੀ ਦਿਸ ਰਿਹਾ ਵਾ ਤੇ ਉਹ ਮੋਦੀ ਜਿੰਦਾਬਾਦ ਦੇ ਨਾਅਰੇ ਲਾ ਰਹੇ ਆ। ਹੋਰ ਕਿਸਾਨ ਜਥੇਬੰਦੀ ਦਾ ਕੋਈ ਵਰਕਰ, ਕੋਈ ਆਗੂ ਇੱਥੇ ਹੈ ਹੀ ਨਹੀਂ ਸੀਗਾ। ਹਾਂ, ਕਈ ਵਾਰੀ ਇਸ ਤਰ੍ਹਾਂ ਹੁੰਦਾ ਵਾ ਵੀ ਪਿੰਡ 'ਚ ਕਿਸੇ ਬੰਦੇ ਨੂੰ ਪਤਾ ਲੱਗ ਗਿਆ ਹੋਵੇ ਲੋਕਲ ਨੂੰ ਵੀ ਪ੍ਰਧਾਨ ਮੰਤਰੀ ਆਇਆ, ਉਹ ਚਾਅ ਨਾਲ ਵੇਖਣ ਆ ਜਾਂਦੇ ਆ ਵੀ ਪ੍ਰਧਾਨ ਮੰਤਰੀ ਆ, ਅਸੀਂ ਵੇਖਣ ਚੱਲੀਏ। ਉਹਨੂੰ ਦੂਜੀ ਤਰ੍ਹਾਂ ਬਣਾ ਕੇ ਪੇਸ਼ ਕਰ ਦੇਣਾ, ਇਹ ਬਿਲਕੁਲ ਹੀ ਗਲਤ ਹੋਇਆ। ਪਰ ਤੁਸੀਂ ਇਹ ਕਿੱਦਾਂ ਦੇਖਦੇ ਹੈਗੇ ਹੋ ਕਿ ਇਹ ਕੱਲ ਜਿਹੜਾ ਸਭ ਕੁਝ ਹੋਇਆ ਇਹ ਸਹੀ ਹੋਇਆ ਜਾਂ ਗਲਤ ਹੋਇਆ? ਪ੍ਰਧਾਨ ਮੰਤਰੀ ਨੂੰ ਵਾਪਸ ਜਾਣਾ ਪਿਆ, ਕਈ ਅਨਾਉਂਸਮੈਂਟਾਂ ਹੋ ਸਕਦੀਆਂ ਸੀਗੀਆਂ, ਕਈ ਪ੍ਰੋਜੈਕਟ ਜਿਹੜੇ ਸੀਗੇ ਉਹ ਹੋ ਸਕਦੇ ਸੀਗੇ। ਦੇਖੋ ਜੀ, ਇੱਥੋਂ ਰੈਲੀ ਨੂੰ ਜਾਣ ਦੇ 4 ਜਾਂ 5 ਰਸਤੇ ਆ। ਹੁਣ ਪ੍ਰਧਾਨ ਮੰਤਰੀ ਜਾਂਦੇ ਉੱਥੇ ਕਿਵੇਂ? ਕੁਰਸੀਆਂ ਸਾਰੀਆਂ ਵਿਹਲੀਆਂ ਪਈਆਂ ਸੀ, ਪੰਡਾਲ ਸਾਰਾ ਵਿਹਲਾ ਪਿਆ ਸੀ, ਉਹ ਤਾਂ ਪ੍ਰਧਾਨ ਮੰਤਰੀ ਨੂੰ ਇੱਕ ਬਹਾਨਾ ਮਿਲ ਗਿਆ। ਹੁਣ ਖਾਲੀ ਕੁਰਸੀਆਂ ਕੋਲ ਜਾ ਕੇ ਪ੍ਰਧਾਨ ਮੰਤਰੀ ਐਲਾਨ ਥੋੜ੍ਹਾ ਕਰਨਾ ਸੀਗਾ। ਇੱਥੋਂ 4 ਜਾਂ 5 ਰਸਤੇ ਇਹੋ ਜਿਹੇ ਆ ਜਿਹੜੀ ਪੁਲਿਸ ਬਦਲ ਕੇ ਜਾ ਸਕਦੀ ਸੀਗੀ। ਉੱਥੇ ਤੁਸੀਂ ਵੀਡੀਓ 'ਚ ਕੱਲ੍ਹ ਦੇਖੋ, ਉੱਥੇ ਪੁਲਿਸ ਨੇ ਬਦਲਤਾ ਸੀ ਰਾਹ। ਜਿਹੜੇ ਕੁਝ ਬੰਦੇ ਇਹਨਾਂ ਦੇ ਬੀਜੇਪੀ ਵਾਲੇ ਸਮਰਥਕ ਸੀ, ਉਹ ਰਾਹ ਬਦਲ ਕੇ ਰੈਲੀ ਤੇ ਪਹੁੰਚੇ ਵੀ ਆ। ਪ੍ਰਧਾਨ ਮੰਤਰੀ ਕਿਉਂ ਨਹੀਂ ਜਾ ਸਕਦਾ ਸੀ? ਅਸਲ ਵਿੱਚ ਤਾਂ ਪ੍ਰਧਾਨ ਮੰਤਰੀ ਨੂੰ ਪਤਾ ਲੱਗ ਗਿਆ ਵੀ ਉੱਥੇ ਰੈਲੀ ਦੇ ਵਿੱਚ ਇਕੱਠ ਹੀ ਹੈ ਨਹੀਂਗਾ। ਫਿਰ ਪ੍ਰਧਾਨ ਮੰਤਰੀ ਨੇ ਆਪਦੀ ਉਹ ਨਾਕਾਮੀ ਛੁਪਾਉਣ ਵਾਸਤੇ ਇੱਥੋਂ ਵਾਪਸ ਮੁੜ ਕੇ ਜਿਹੜਾ ਸਾਰਾ ਠੀਕਰਾ ਪੰਜਾਬ ਸਰਕਾਰ ਤੇ ਕਿਸਾਨਾਂ ਤੇ ਸਿੱਟਦਾ। ਤੁਸੀਂ ਕਿਹਨੂੰ ਦੋਸ਼ੀ ਮੰਨਦੇ ਹੈਗੇ ਹੋ ਕਿ ਇਹ ਕਿਹਾ ਜਾਂਦਾ ਕਿ ਸਿਕਿਉਰਿਟੀ ਦੇ ਵਿੱਚ ਲੈਪਸ ਹੋਇਆ ਹੈ, ਤਾਂ ਇਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਸਿਕਿਉਰਿਟੀ ਦੇ ਵਿੱਚ ਕੁਝ ਨਹੀਂ ਹੋਇਆਗਾ। ਅਸਲ ਵਿੱਚ ਜਿਹੜਾ ਇਹਨਾਂ ਦੀਆਂ ਪਿਛਲਾ ਸਾਲ 1.5 ਸਾਲ ਦਾ ਭਾਜਪਾ ਦਾ ਕਿਰਦਾਰ ਰਿਹਾ ਤੇ ਜਿਸ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਨੇ, ਮਜ਼ਦੂਰਾਂ ਨੇ, ਆਮ ਲੋਕਾਂ ਨੇ ਇਹਨਾਂ ਤੋਂ ਪਿੱਠ ਕੀਤੀ ਆ, ਰੈਲੀ ਦੇ ਵਿੱਚ ਲੋਕ ਨਹੀਂ ਆਏ, ਇਕੱਠ ਨਹੀਂ ਹੋਇਆਗਾ। ਅਸਲ ਕਾਰਨ ਤਾਂ ਉਹ ਬਣਿਆ ਵਾਪਸ ਮੁੜਨ ਦਾ। ਸਿਕਿਉਰਿਟੀ ਦੇ ਵਿੱਚ ਸਾਨੂੰ ਨਹੀਂ ਲੱਗਦਾ ਕੋਈ ਇਹ ਗੜਬੜ ਹੋਈ ਹੋਊਗੀ, ਕਿਉਂਕਿ ਮੈਂ ਪਹਿਲਾਂ ਵੀ ਕਹਿ ਚੁੱਕਾ ਵੀ ਜਾਇਆ ਜਾ ਸਕਦਾ ਸੀ, ਕੋਈ ਰੌਲਾ ਹੀ ਨਹੀਂ ਸੀਗਾ, ਰਾਹ ਬਦਲ ਕੇ ਜਾਇਆ ਸਕਦਾ। ਵੈਸੇ ਵੀ ਐਡਾ ਵੱਡਾ ਆਗੂ ਆ ਰਿਹਾ ਵਾ
ਵਾ ਤੇ ਸਰਕਾਰ ਜਾਂ ਏਜੰਸੀਆਂ ਇੱਕ ਰਾਹ ਥੋੜ੍ਹਾ ਚੁਣਨਗੀਆਂ, 2-3 ਰਾਹ ਹੋਣਗੇ, 2-3 ਆਪਸ਼ਨਾਂ ਰੱਖ ਕੇ ਚੱਲਣਗੀਆਂ। ਫਿਰ ਇਹ ਰਾਹ ਬਲੌਕ ਆ ਤੇ ਦੂਜੀਆਂ BC ਆਪਸ਼ਨ ਕਿਉਂ ਨਹੀਂ ਵਰਤੀ ਗਈ? ਅਸਲ ਵਿੱਚ ਜਦੋਂ ਰੈਲੀ 'ਚ ਇਕੱਠ ਨਹੀਂ ਹੋਇਆ, ਜਿਹੜੇ ਪਿਛਲਾ ਕਿਰਦਾਰ ਰਿਹਾ ਭਾਜਪਾ ਦਾ, ਭਾਜਪਾ ਕਿਸਾਨ ਵਿਰੋਧੀ ਰਹੀ ਆ, ਲੋਕ ਪੰਜਾਬ ਵਿਰੋਧੀ ਰਹੀ ਆ, ਲੋਕਾਂ ਨੇ ਇਹਨਾਂ ਦੇ ਵਿੱਚ ਰੈਲੀ ਦੇ ਵਿੱਚ ਹਿੱਸਾ ਨਹੀਂ ਲਿਆ, ਲੋਕਾਂ ਨੇ ਇਹਨਾਂ ਤੋਂ ਕੰਡ ਘਮਾ ਲਈ, ਉਸ ਕਰਕੇ ਉਸ ਨਾਕਾਮੀ ਨੂੰ ਛੁਪਾਉਣ ਵਾਸਤੇ ਕਰਾ ਮਿਲ ਗਿਆ। ਤੁਹਾਡੀਆਂ ਵੀਡੀਓ ਵੀ ਕਾਫੀ ਵਾਇਰਲ ਹੋ ਰਹੀਆਂ ਨੇ, ਤੁਸੀਂ ਗੱਡੀ ਦੇ ਉੱਪਰ ਚੜ੍ਹ ਕੇ ਜਿਹੜਾ ਕਹਿ ਰਹੇ ਹੈਗੇ ਹੋ, ਤਾਂ ਉੱਥੇ ਇੱਕ ਲੰਗਰ ਦੀ ਵੀ ਵੀਡੀਓ ਚੱਲਦੀ ਪਈ ਹੈਗੀ ਆ ਕਿ ਚਾਹ ਜਿਹੜੇ ਪੁਲਿਸ ਮੁਲਾਜ਼ਮ ਵੀ ਪੀ ਰਹੇ ਹੈਗੇ ਆ, ਉਸ ਚੀਜ਼ ਨੂੰ ਕਿਵੇਂ ਤੁਸੀਂ ਦੇਖਦੇ ਹੋ ਕਿ ਉਹ ਉੱਥੇ ਕਿਹਾ ਜਾ ਰਿਹਾ ਕਿ ਪੰਜਾਬ ਪੁਲਿਸ ਜਿਹੜੇ ਆ ਉਹ ਆਪ ਉਕਸਾ ਰਹੀ ਸੀ ਕਿਸਾਨਾਂ ਨੂੰ ਇਹ ਚੀਜ਼ ਕਰਨ ਵਾਸਤੇ? ਨਹੀਂ, ਜਿਹੜੀ ਮੈਂ ਵੀਡੀਓ ਨਾ ਉਹ ਉਦੋਂ ਦੀ ਆ ਜੋ 3 ਵਜੇ ਸਾਰਾ ਕੁਝ ਸਮਾਪਤੀ ਕਰਕੇ ਵਾਪਸ ਆਉਣ ਲੱਗੇ ਆ। ਮੈਨੂੰ ਇੱਕ ਪੱਤਰਕਾਰ ਨੇ ਭੇਜੀ ਵੀ ਉਹ ਮੈਨੂੰ ਪੁੱਛਿਆ ਜੀ ਆ ਪੁਲਿਸ ਤਾਂ ਤੁਹਾਡੇ ਨਾਲ ਸੀ, ਚਾਹ ਪੀ ਰਹੀ ਆ, ਤੇ ਉਸੇ ਵੀਡੀਓ 'ਤੇ ਮੈਂ ਬੋਲ ਰਿਹਾ ਵਾਂ ਮੈਂ ਵੀ ਆ ਭਾਜਪਾ ਨੂੰ ਵੀ ਭਾਈ ਚਾਹ ਪਿਆਓ, ਆਪਣਾ ਵਿਰੋਧ ਨਹੀਂ। ਉਸ ਵੇਲੇ ਤਾਂ ਭਾਜਪਾ ਵਾਲਿਆਂ ਨੇ ਵੀ ਸਾਡੇ ਤੋਂ ਚਾਹ ਪੀਤੀ ਆ ਤੇ ਪੁਲਿਸ ਵਾਲਿਆਂ ਨੇ ਵੀ ਪੀਤੀ ਆ, ਸਾਡੇ ਕਿਸਾਨਾਂ ਨੇ ਵੀ ਪੀਤੀ ਆ, ਉਹ ਤਾਂ ਕੋਈ ਰੌਲਾ ਨਹੀਂ, ਉਹ ਤਾਂ ਨਿਬੜ ਚੁੱਕਾ ਸੀ, ਉਦੋਂ ਸਾਰਾ ਕੁਝ ਖਤਮ ਹੋ ਗਿਆ, ਉਦੋਂ ਦੀ ਵੀਡੀਓ ਆ। ਬਿਲਕੁਲ, ਤੇ ਜਿੱਦਾਂ ਉਹਨਾਂ ਨੇ ਦੱਸਿਆ ਹੈਗਾ ਕਿ ਸਾਰੀ ਕੱਲ੍ਹ ਦੀ ਜਿਹੜੀ ਜਾਣਕਾਰੀ ਸੀਗੀ ਉਹ ਦਿੱਤੀ ਹੈਗੀ ਹੈ, ਤਾਂ ਅਸੀਂ ਉਸੇ ਪੁਲ ਦੇ ਉੱਪਰ ਮੌਜੂਦ ਆ ਜਿੱਥੋਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹੈਗੇ, ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਜਿਹੜਾ ਵਾਪਸ ਜਾਣਾ ਪਿਆ ਹੈਗਾ। ਤਾਂ ਸੁਰਜੀਤ ਸਿੰਘ ਫੂਲ ਵੀ ਸਾਡੇ ਨਾਲ ਮੌਜੂਦ ਹੈ, BKU ਦੇ ਪ੍ਰਧਾਨ ਹੈਗੇ ਨੇ, ਗੱਲਬਾਤ ਕਰਦੇ ਹੈਗੇ ਆ। ਸੁਰਜੀਤ ਸਿੰਘ ਫੂਲ ਜਿਹੜੇ ਪਹੁੰਚੇ ਹੈਗੇ ਨੇ ਇੱਥੇ, ਤਾਂ ਉਹਨਾਂ ਨਾਲ ਸਿਰਫ ਗੱਲ ਕਰਦੇ ਹੈਗੇ ਆ ਕਿ ਉਹ ਕਿੱਦਾਂ ਦੇਖਦੇ ਹੈਗੇ ਆ। ਸੁਰਜੀਤ ਜੀ, ਕਿੱਦਾਂ ਦੇਖਦੇ ਹੋ ਤੁਸੀਂ ਕੱਲ੍ਹ ਦੇ ਇਨਸੀਡੈਂਟ ਜਿਹੜਾ ਹੋਇਆ ਵਾ, ਕੀ ਹੋਣਾ ਚਾਹੀਦਾ ਸੀ ਕਿ ਨਹੀਂ ਹੋਣਾ ਚਾਹੀਦਾ ਸੀ? ਦੇਖੋ ਜੀ, ਇਨਸੀਡੈਂਟ ਤਾਂ ਤੁਸੀਂ ਜਿਹੜਾ ਹੁਣ ਕਹਿੰਦੇ ਹੋ ਵੀ ਪ੍ਰਧਾਨ ਮੰਤਰੀ ਦਾ ਕਾਫਲਾ ਵਾਪਸ ਮੁੜ ਗਿਆ ਇੱਥੋਂ, ਇਹੀ ਇਨਸੀਡੈਂਟ ਹੈ ਨਾ। ਇਹ ਇਨਸੀਡੈਂਟ ਜੋ ਹੋਇਆ, ਪਹਿਲੀ ਗੱਲ ਤਾਂ ਜੋ ਸਾਡੀ ਜਥੇਬੰਦੀ ਦਾ ਪ੍ਰੋਗਰਾਮ ਸੀ, ਜਾਂ ਖਾਲੀ ਸਾਡੀ ਦਾ ਨਹੀਂ ਸੀਗਾ, ਪੰਜਾਬ ਦੀਆਂ 12 ਜਥੇਬੰਦੀਆਂ ਦਾ ਜੋ ਪ੍ਰੋਗਰਾਮ ਸੀਗਾ ਪ੍ਰੋਟੈਸਟ ਕਰਨੇ ਦਾ, ਆਪਣਾ ਇਕੱਠੇ ਹੋ ਕਰ ਉਹਦੇ ਪੁਤਲੇ ਫੂਕਣ ਦਾ ਡਿਸਟ੍ਰਿਕਟ ਹੈੱਡਕੁਆਟਰਾਂ 'ਤੇ, ਉਹ ਜੇ ਲਾਗੂ ਹੋ ਜਾਂਦਾ ਸੀ ਤਾਂ ਉਹ ਲਾਗੂ ਕਰਨ 'ਤੇ ਸਾਡਾ ਜ਼ੋਰ ਸੀਗਾ। ਪਰ ਜੋ ਇਹ ਇਨਸੀਡੈਂਟ ਹੋਇਆ, ਇਹਦੇ ਵਿੱਚ ਸਾਡੀ ਕੋਈ ਪਲੈਨਿੰਗ ਨਹੀਂ ਸੀਗੀ ਵੀ ਅਸੀਂ ਪ੍ਰਧਾਨ ਮੰਤਰੀ ਨੂੰ ਇੱਥੋਂ ਕਾਫਲਾ ਰੋਕਣਾ। ਸਾਡਾ ਤਾਂ ਇਹ ਸੀਗਾ ਵੀ ਉਹ ਜਿਸ ਟਾਈਮ 'ਤੇ ਉਹ ਸੰਬੋਧਨ ਕਰਨਗੇ ਉਸ ਟਾਈਮ 'ਤੇ ਅਸੀਂ ਪੁਤਲੇ ਫੂਕਾਂਗੇ, ਤਾਂ ਕਿ ਬਰਾਬਰ ਰਿਪੋਰਟ ਜਾਵੇ ਵੀ ਪ੍ਰਧਾਨ ਮੰਤਰੀ ਜਿਹੜਾ ਕਹਿ ਰਿਹਾ ਵੀ ਮੈਂ ਪੰਜਾਬ ਦੇ ਲੋਕਾਂ ਦੀ ਖਾਤਰ ਆ ਰਿਹਾ, ਵੀ ਪੰਜਾਬ ਦੇ ਲੋਕ, ਪੰਜਾਬ ਦੇ ਕਿਸਾਨ ਖੁਸ਼ ਨਹੀਂ। ਸਾਡੀ ਤਾਂ ਇਹ ਸੀਗੀ। ਪਰ ਜਿਹੜਾ ਇੱਥੇ ਇਹ ਹੋਇਆ ਕੱਲ੍ਹ ਵਾਲਾ, ਉਹਦੇ ਕਾਫਲੇ ਦੀ ਵਾਪਸੀ ਵਾਲਾ, ਇਹ ਮੈਂ ਸਮਝਦਾ ਇਹਦੇ ਵਿੱਚ ਕੋਈ ਕਿਸਾਨ ਜਥੇਬੰਦੀਆਂ ਦਾ ਕੋਈ ਰੋਲ ਨਹੀਂ, ਨਾ ਕੋਈ ਸਾਡੀ ਕਿਸਾਨ ਜਥੇਬੰਦੀ ਦਾ ਰੋਲ ਹੈ। ਇਹ ਜਿਹੜੀ ਟੋਟਲ ਮੈਨੇਜਮੈਂਟ ਹੈਗੀ ਹੈ, ਪਹਿਲੀ ਗੱਲ ਤਾਂ ਜਿਹੜੀ ਪ੍ਰੋਗਰਾਮ ਦੀ ਤਬਦੀਲੀ ਨਾਲ ਵੱਡਾ ਫੈਕਟਰ ਹੈ ਜਿਹੜਾ ਐਟ ਏ ਟਾਈਮ ਉਹਨਾਂ ਦਾ ਜਿਹੜਾ ਪ੍ਰੋਗਰਾਮ ਤਬਦੀਲ ਹੋਇਆ, ਬਾਈ 에ਅਰ ਦੀ ਬਜਾਏ ਬਾਈ ਰੋਡ ਹੋਇਆ। ਉਸ ਤੋਂ ਬਾਅਦ ਗਾਹਾਂ ਜਿਹੜਾ ਐਟ ਏ ਟਾਈਮ ਫਿਰ ਸਾਰੀਆਂ ਸੜਕਾਂ ਖਾਲੀ ਕਰਾਉਣ ਦਾ ਜਾਂ ਇਹਨੂੰ ਕਲੀਅਰ ਕਰਾਉਣ ਦਾ ਸੜਕਾਂ ਨੂੰ ਇਹ ਸੀਗਾ, ਇਹ ਗਾਹਾਂ ਇੱਥੋਂ ਵਾਲੇ ਪ੍ਰਸ਼ਾਸਨ ਨਾਲ ਜੁੜੀ ਹੋਈ ਹੈ। ਇੱਥੋਂ ਵਾਲੇ ਪ੍ਰਸ਼ਾਸਨ ਨੇ ਕਹਿਤੀ ਗੱਲ, ਹੁਣ ਤਾਂ ਵੇਖ ਲਓ ਸਾਰਾ ਇਹਨੂੰ ਇਕੱਲਾ SSP ਨੇ ਨਹੀਂ, ਮੁੱਖ ਮੰਤਰੀ ਨੇ ਕਹਿਤੀ ਵੀ ਮੈਂ 4 ਰਾਤ ਨੂੰ 3 ਵਜੇ ਤੱਕ ਜੋ ਸਾਨੂੰ ਪਹਿਲਾਂ ਪ੍ਰੋਗਰਾਮ ਮਿਲਿਆ ਸੀ ਪ੍ਰਧਾਨ ਮੰਤਰੀ ਦਾ, ਉਹਦੇ ਪ੍ਰੋਟੋਕੋਲ ਮੁਤਾਬਕ ਵੀ ਉੱਥੇ ਉਹਦਾ ਸਵਾਗਤ ਕੌਣ ਕਰੂਗਾ, ਆਪਣਾ ਗਵਰਨਰ ਪੰਜਾਬ, ਵਿੱਤ ਮੰਤਰੀ ਪੰਜਾਬ ਉੱਥੇ ਉਹ ਕਰਨਗੇ। ਉਸ ਤੋਂ ਬਾਅਦ ਵੀ ਬਾਈ ਹਜ਼ਾਰ ਆਉਣਗੇ, ਫਿਰ ਅਸੀਂ ਉਹਨਾਂ ਨੂੰ ਉੱਥੋਂ ਤੱਕ ਲੈ ਕੇ ਜਾਵਾਂਗੇ, ਹੁਸੈਨੀ ਵਾਲੇ ਤੋਂ ਇੱਥੇ ਤੱਕ ਲੈ ਕੇ ਆਵਾਂਗੇ। ਉਹ ਸਾਡਾ ਅਸੀਂ ਸਾਰੀ ਪਲੈਨਿੰਗ ਸਾਡੀ 3 ਵਜੇ ਤੱਕ ਅਸੀਂ ਕਰਦੇ ਰਹੇ ਹਾਂ। ਪਰ ਜਦੋਂ ਅਗਲੇ ਦਿਨ ਪ੍ਰੋਗਰਾਮ ਬਦਲ ਗਿਆ, ਸਾਡੀਆਂ ਉਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਰਾਤ ਵਾਲੀਆਂ ਪਲੈਨਿੰਗਾਂ ਉਹ ਧਰਾਂਗੀਆਂ ਰਹਿ ਗਈਆਂ। ਇੱਕ ਵਾਰੀ ਸਾਰੀਆਂ ਦੀਆਂ ਸਾਰੀਆਂ ਜਿਵੇਂ ਢਹਿ ਗਈਆਂ, ਨਵੇਂ ਸਿਰਿਓਂ ਤੋਂ ਫੇਰ ਕਰਨ ਦੀ ਲੋੜ ਹੈ। ਇਸ ਕਰਕੇ ਨਵੇਂ ਸਿਰਿਓਂ ਵੀ ਅਸੀਂ ਪੂਰਾ ਯਤਨ ਕੀਤਾ ਜਿੰਨਾ ਅਸੀਂ ਕਰ ਸਕਦੇ ਸੀ, ਇਹ ਤੋਂ ਵੱਧ ਨਹੀਂ ਹੋ ਸਕਦੇ ਸੀ। ਮੇਰੇ ਹਿਸਾਬ ਨਾਲ ਇਸ ਗੱਲ 'ਚ ਕੋਈ ਬਿਲਕੁਲ ਇਹ ਅਤਕਥਨੀ ਨਹੀਂ ਵਜਨ ਹੈ ਇਸ ਗੱਲ 'ਚ। ਸਾਡੇ ਹਿਸਾਬ ਨਾਲ ਜਿਹੜਾ ਇਹ ਸਾਰੀ ਗੜਬੜ ਹੋਈ ਹੈ, ਚਲ ਸਾਡੀ ਤਾਂ ਇੱਛਾ ਸੀ ਵੀ ਸਗੋਂ ਤੋਂ ਇੱਥੇ ਆ ਕੇ ਸੰਬੋਧਨ ਕਰਕੇ ਜਾਂਦੇ ਹੋ, ਪਤਾ ਲੱਗ ਜਾਂਦਾ ਵੀ ਕਿੰਨੇ ਕੁ ਲੋਕ ਹੈ। ਜੇ ਉਹ ਵਾਪਸ ਮੁੜਿਆ, ਸਾਡੀ ਐਨੀ ਅਸੀਂ ਕਹਿੰਦੇ ਵੀ ਅਸੀਂ ਖੁਸ਼ ਹਾਂ, ਇਹਦੇ 'ਤੇ ਕੋਈ ਖੁਸ਼ ਨਹੀਂ ਅਸੀਂ। ਤੇ ਪਰ ਜਿਹੜਾ ਇਹ ਵਾਪਸ ਉਹਦਾ ਯੂ ਟਰਨ ਵੱਜੀ ਆ, ਵਾਪਸ ਮੁੜੇ ਆ, ਇਹ ਸਮਝ ਲਓ ਵੀ ਇਹਦੇ ਵਿੱਚ ਸਾਰੇ ਫੈਕਟਰੀ ਸ਼ਾਮਲ ਹੋ ਗਏ, ਕੁਦਰਤ ਵਾਲਾ ਵੀ ਹੋ ਗਿਆ, ਬਾਰਿਸ਼ ਵਾਲਾ ਵੀ ਹੋ ਗਿਆ, ਦੂਜਾ ਜਿਹੜਾ ਹੈਗਾ ਉਹਨਾਂ ਦੀ ਜਿਹੜੀ ਪਲੈਨਿੰਗ ਵਾਲਾ ਰੂਟ ਬਦਲਣ ਵਾਲਾ ਵੀ ਹੋ ਗਿਆ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਜੁੜ ਕੇ ਹੋਇਆ। ਇਹਨੂੰ ਕੋਈ ਐ ਕਹਿ ਲਓ ਵੀ ਕਿਸੇ ਨੇ ਮਿਸ ਕੇ ਕਰਤਾ, ਇਹ ਮਿਸ ਕੇ ਨਹੀਂ ਕੀਤਾ, ਜਾਣਬੁੱਝ ਕੇ ਨਹੀਂ ਕੀਤਾ ਜੀ। ਬਿਲਕੁਲ, ਇਹ ਸਨ ਸੁਰਜੀਤ ਸਿੰਘ ਫੂਲ ਪ੍ਰਧਾਨ, ਤਾਂ ਉਹਨਾਂ ਦਾ ਕਹਿਣਾ ਹੈਗਾ ਕਿ ਜਾਣਬੁੱਝ ਕੇ ਜਿਹੜਾ ਉਹ ਨਹੀਂ ਕੀਤਾ ਹੈਗਾ। ਤਾਂ ਅਸੀਂ ਉਸ ਫਲਾਈਓਵਰ ਦੇ ਉੱਪਰ ਮੌਜੂਦ ਹਾਂ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਵਾਪਸ ਉਹਨਾਂ ਦਾ ਕਾਫਲਾ ਜਿਹੜਾ ਉਹ ਜਾਣਾ
ਗਿਆ ਹੈਗਾ 15 ਤੋਂ 20 ਮਿੰਟ ਜਿਹੜਾ ਉਹ ਉੱਥੇ ਰੁਕੇ ਰਹੇ ਹੈ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਜਾਣਾ ਪਿਆ। ਤਾਂ ਹੁਣ ਪੰਜਾਬ ਸਰਕਾਰ ਨੇ ਵੀ ਕਮੇਟੀ ਬਣਾਈ ਹੈਗੀ ਹੈ, ਜਾਂ ਜਿਹੜੀ ਹੈ 3 ਦਿਨ ਦੇ ਵਿੱਚ ਰਿਪੋਰਟ ਦੀ ਜਿਹੜੀ ਹੈ ਗੱਲ ਕੀਤੀ ਗਈ ਹੈ ਕਿ 3 ਦਿਨ ਦੇ ਵਿੱਚ ਜਿਹੜੀ ਹੈ ਰਿਪੋਰਟ ਦਿੱਤੀ ਜਾਵੇ। ਤਾਂ ਜਿਹੜੇ ਇੱਥੇ ਮੌਜੂਦ ਹੈਗੇ ਸੀਗੇ ਪਿੰਡ ਪਿਆਰਿਆਣਾ ਹੈਗਾ ਫਿਰੋਜ਼ਪੁਰ, ਇੱਥੇ ਰੈਲੀ ਸੀ, ਉੱਥੋਂ 8 ਕਿਲੋਮੀਟਰ ਦੀ ਦੂਰੀ ਤੇ ਜਿਹੜਾ ਇਹ ਪਿੰਡ ਹੈਗਾ। ਤਾਂ ਫਿਰੋਜ਼ਪੁਰ ਮੋਗਾ ਰੋਡ ਹੈ ਜਿੱਥੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜਾ ਇੱਥੋਂ ਵਾਪਸ ਜਿਹੜਾ ਕੱਲ ਮੁੜੇ ਹੈਗੇ ਆ। ਤਾਂ ਹੁਣ ਸਿਆਸਤ ਜਿਹੜੀ ਆ ਕਾਫੀ ਇਸ ਮੁੱਦੇ ਨੂੰ ਲੈ ਕੇ ਗਰਮਾਈ ਹੋਈ ਹੈ। ਕੈਮਰਾ ਪਰਸਨ ਨਰੇਸ਼ ਦੇ ਨਾਲ ਸਨੀ ਚੋਪੜਾ, ਜਗਬਾਨੀ ਟੀਵੀ, ਫਿਰੋਜ਼ਪੁਰ।